ਤੁਹਾਡਾ ਸਭ ਦਾ ਸਵਾਗਤ ਹੈ। ਅਸੀਂ 9ਵੀਂ ਜਮਾਤ ਦਾ ਇੱਕ ਅਧਿਆਇ ਸ਼ੁਰੂ ਕੀਤਾ ਹੋਇਆ ਸੀ ਜਿਸ ਦਾ ਨਾਮ ਹੈ ਜਨਮ ਦਿਨ। ਇਹ ਇੱਕ ਕਹਾਣੀ ਹੈ ਜੋ ਸਵਿੰਦਰ ਸਿੰਘ ਉੱਪਲ ਦੁਆਰਾ ਲਿਖੀ ਹੋਈ ਹੈ। ਜਿਵੇਂ ਕਿ ਅਸੀਂ ਇਸ ਵੀਡੀਓ ਦੇ ਪਹਿਲੇ ਭਾਗ ਵਿੱਚ ਪੜ੍ਹਿਆ ਸੀ, ਉੱਥੇ ਜੁਗਲ ਪ੍ਰਸਾਦ, ਉਸਦੀ ਪਤਨੀ ਦੇਵਕੀ ਅਤੇ ਉਸਦਾ ਬੱਚਾ, ਉਹਨਾਂ ਦਾ ਬੱਚਾ ਜੋਤੀ, ਇਹ ਕਹਾਣੀ ਇਹਨਾਂ ਤਿੰਨਾਂ ਦੇ ਆਲੇ ਦੁਆਲੇ ਘੁੰਮਦੀ ਹੈ। ਅਤੇ ਇਸ ਦੇ ਵਿੱਚ ਦੋਨਾਂ ਦੀ ਜੋ ਪਤੀ ਪਤਨੀ ਦੀ ਵਾਰਤਾਲਾਪ ਹੈ ਉਹ ਚੱਲ ਰਹੀ ਹੈ। ਆਪਾਂ ਦੇਖਦੇ ਹਾਂ ਕਿ ਜਦੋਂ ਜੋਤੀ ਦੇ ਸਕੂਲ ਤੋਂ ਪ੍ਰਿੰਸੀਪਲ ਦਾ ਇੱਕ ਪੱਤਰ ਆਉਂਦਾ ਹੈ ਕਿ ਉਸ ਦੇ ਵਿੱਚ ਕੁਝ ਲਿਖਿਆ ਹੁੰਦਾ ਹੈ। ਤੁਸੀਂ ਇਸ ਕਹਾਣੀ ਦਾ ਪਿਛਲਾ ਹਿੱਸਾ ਜਾਣਨ ਦੇ ਲਈ ਪਹਿਲੀ ਵੀਡੀਓ ਦਾ ਭਾਗ 1 ਦੇਖ ਸਕਦੇ ਹੋ। ਆਪਾਂ ਇਹ ਕਹਾਣੀ ਕੰਟੀਨਿਊ ਕਰਾਂਗੇ। ਜਦੋਂ ਜੁਗਲ ਪ੍ਰਸਾਦ ਆਪਣੀ ਪਤਨੀ ਦੇ ਕੋਲ ਰਸੋਈ ਵਿੱਚ ਜਾ ਕੇ ਕੋਈ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਤਾਂ ਉਸਦੀ ਪਤਨੀ ਅੱਗੋਂ ਜਵਾਬ ਦਿੰਦੀ ਹੈ, ਮੈਂ ਕਿਹਾ ਜੀ ਗੱਲ ਤੇ ਦੱਸੋ, ਇਤਨੇ ਖੁਸ਼ ਕਿਸ ਗੱਲੋਂ ਪਏ ਹੁੰਦੇ ਹੋ। ਦੇਵਕੀ ਵੀ ਗੱਲ ਜਾਣ ਕੇ ਇਸ ਖੁਸ਼ੀ ਵਿੱਚ ਛੇਤੀ ਤੋਂ ਛੇਤੀ ਸ਼ਾਮਲ ਹੋਣ ਲਈ ਉਤਾਵਲੀ ਹੋ ਰਹੀ ਸੀ। ਮਤਲਬ ਜੋ ਪ੍ਰਿੰਸੀਪਲ ਦਾ ਇੱਕ ਪੱਤਰ ਆਇਆ ਹੈ ਉਸ ਨੂੰ ਪੜ੍ਹ ਕੇ ਜੁਗਲ ਪ੍ਰਸਾਦ ਬਹੁਤ ਖੁਸ਼ ਹੈ ਅਤੇ ਉਹ ਆਪਣੀ ਖੁਸ਼ੀ ਜ਼ਾਹਿਰ ਕਰ ਰਿਹਾ। ਅੱਗੇ ਚੱਲ ਕਮਰੇ ਵਿੱਚ ਚੱਲ, ਇਹ ਗੱਲ ਜ਼ਰਾ ਆਰਾਮ ਨਾਲ ਦੱਸਣ ਵਾਲੀ ਹੈ। ਅਤੇ ਜੁਗਲ ਪ੍ਰਸਾਦ ਜੋਤੀ ਨੂੰ ਉਸੇ ਤਰ੍ਹਾਂ ਚੁੱਕ ਕੇ ਕਮਰੇ ਵਿੱਚ ਆ ਗਿਆ। ਦੇਵਕੀ ਵੀ ਖੁਸ਼ੀ ਲਈ ਤਿਆਰ ਹੁੰਦੀ ਹੋਈ ਉਤਾਵਲੀ ਪਤੀ ਦੇ ਪਿੱਛੇ ਕਮਰੇ ਵਿੱਚ ਆ ਗਈ। ਮਤਲਬ ਉਸਨੂੰ ਵੀ ਕਿਉਰਿਓਸਿਟੀ ਸੀ ਕਿ ਆਖਿਰ ਗੱਲ ਕੀ ਹੈ, ਉਹ ਜਾਣਨਾ ਚਾਹੁੰਦੀ ਸੀ। ਜ਼ਰਾ ਮੰਜੇ 'ਤੇ ਬੈਠ ਜਾ। ਜੁਗਲ ਪ੍ਰਸਾਦ ਮੁਸਕਰਾਇਆ ਅਤੇ ਕੁਰਸੀ ਉੱਤੇ ਬੈਠ ਕੇ ਆਈ ਚਿੱਠੀ ਨੂੰ ਫਿਰ ਪੜ੍ਹਨ ਲਈ ਐਨਕ ਨੂੰ ਨੱਕ ਉੱਤੇ ਠੀਕ ਜਮਾਉਣ ਲੱਗ ਪਿਆ। ਮਤਲਬ ਉਹ ਉਸ ਲੈਟਰ ਨੂੰ ਦੁਬਾਰਾ ਪੜ੍ਹਨ ਲੱਗਾ। ਇੱਕ ਅੱਧ ਮਿੰਟ ਲਈ ਉਹ ਅੰਗਰੇਜ਼ੀ ਵਿੱਚ ਲਿਖੀ ਚਿੱਠੀ ਨੂੰ ਫਿਰ ਪੜ੍ਹਦਾ ਰਿਹਾ ਤਾਂ ਜੋ ਉਹ ਸਾਰੀ ਦੀ ਸਾਰੀ ਖੁਸ਼ਖਬਰੀ ਨੂੰ ਆਪਣੀ ਜੀਵਨ ਸਾਥਣ ਨਾਲ ਸਾਂਝੀ ਕਰ ਸਕੇ। ਦੱਸੋ ਵੀ ਨਾ, ਫਿਰ ਦੇਵਕੀ ਨੇ ਇੰਝ ਮੁਸਕਰਾਉਂਦਿਆਂ ਆਖਿਆ ਜਿਵੇਂ ਉਸ ਤੋਂ ਹੋਰ ਉਡੀਕਣਾ ਅਸਹਿ ਹੋ ਰਿਹਾ ਹੋਵੇ। ਮਤਲਬ ਹੁਣ ਉਸਦੀ ਜੋ ਉਡੀਕ ਸੀ ਉਹ ਹੋਰ ਵੱਧਦੀ ਜਾ ਰਹੀ ਸੀ। ਉਸਦੀ ਖੁਸ਼ੀ ਹੁਣ ਉਸ ਤੋਂ ਸੰਭਾਲੀ ਨਹੀਂ ਜਾ ਰਹੀ ਸੀ ਕਿ ਉਹ ਜਾਣਨਾ ਚਾਹੁੰਦੀ ਸੀ ਕਿ ਆਖਿਰ ਗੱਲ ਕੀ ਹੈ। ਅੱਗੇ ਆਪਾਂ ਦੇਖਦੇ ਹਾਂ, ਲੈ ਸੁਣ। ਅਤੇ ਫਿਰ ਉਸ ਐਨਕ ਉੱਚੀ ਕਰਕੇ ਹੌਲੀ ਹੌਲੀ ਦੇਵਕੀ ਨੂੰ ਸਮਝਾਉਂਦਿਆਂ ਕਿਹਾ, ਐਤਵਾਰ ਨੂੰ ਜੋਤੀ ਦੀ ਪ੍ਰਿੰਸੀਪਲ ਨੇ ਲਿਖਿਆ ਹੈ ਕਿ ਇਸ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ਼੍ਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਹੈ। ਇੱਥੋਂ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ। ਸ਼ਹਿਰ ਦੇ 94 ਸਕੂਲਾਂ ਦੇ 2 ਲਾਇਕ ਵਿਦਿਆਰਥੀਆਂ ਨੂੰ ਇਸ ਮੌਕੇ ਮੰਤਰੀ ਜੀ ਨੂੰ ਮਿਲਣਾ ਪਸੰਦ ਕਰਨਗੇ। KG ਜਮਾਤ ਵਿੱਚੋਂ ਸਾਡੇ ਜੋਤੀ ਨੂੰ ਚੁਣਿਆ ਗਿਆ ਹੈ, ਇਹ ਉਹਨਾਂ ਨੂੰ ਹਾਰ ਪਾਏਗਾ। ਮਤਲਬ ਉਸ ਚਿੱਠੀ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਸੀ ਜੋ ਜੁਗਲ ਪ੍ਰਸਾਦ ਆਪਣੀ ਪਤਨੀ ਨੂੰ ਪੜ੍ਹ ਕੇ ਸੁਣਾ ਰਿਹਾ ਸੀ ਕਿ ਉਸਦੇ ਬੱਚੇ ਜੋਤੀ ਨੂੰ ਸਕੂਲ ਵੱਲੋਂ ਚੁਣਿਆ ਗਿਆ ਹੈ ਇੱਕ ਮੰਤਰੀ ਨੂੰ ਹਾਰ ਪਾਉਣ ਦੇ ਲਈ। ਤਾਂ ਅੱਗੇ ਉਸਦੀ ਪਤਨੀ ਕੀ ਕਹਿੰਦੀ ਹੈ, ਇਹ ਸੁਣਦਿਆਂ ਸਾਰ ਦੇਵਕੀ ਨੇ ਉੱਠ ਕੇ ਜੋਤੀ ਨੂੰ ਆਪਣੀ ਗੋਦ ਵਿੱਚ ਲੈ ਲਿਆ। ਇਹ ਮੇਰਾ ਲਾਲ ਜਾਏਗਾ, ਐਡੇ ਵੱਡੇ ਮੰਤਰੀ ਕੋਲ ਮੈਂ ਸਦਕੇ ਜਾਵਾਂ। ਜਿਵੇਂ ਮਾਂ ਆਪਣੇ ਪੁੱਤ ਨੂੰ ਪਿਆਰ ਕਰਦੀ ਹੋਈ ਦੁਆਵਾਂ ਦੇ ਰਹੀ ਸੀ। ਫਿਰ ਘੁੱਟ ਕੇ ਜੋਤੀ ਨੂੰ ਛਾਤੀ ਨਾਲ ਲਾ ਲਿਆ। ਦੇਵਕੀ ਦਾ ਚਿਹਰਾ ਉਸ ਵੇਲੇ ਕਿਸੇ ਤੇਜਸਵੀ ਦੇ ਚਿਹਰੇ ਨਾਲੋਂ ਘੱਟ ਨਹੀਂ ਸੀ ਚਮਕ ਰਿਹਾ। ਮਤਲਬ ਉਸਦੀ ਜੋ ਖੁਸ਼ੀ ਦੀ ਚਮਕ ਸੀ ਉਸਦੇ ਚਿਹਰੇ ਉੱਤੇ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ। ਪਤਨੀ ਨੂੰ ਖੁਸ਼ ਹੁੰਦਿਆਂ ਵੇਖ ਕੇ ਜੁਗਲ ਪ੍ਰਸਾਦ ਹੋਰ ਗਦਗਦ ਹੋ ਗਿਆ। ਮਤਲਬ ਜੋ ਜੁਗਲ ਪ੍ਰਸਾਦ ਸੀ ਹੋਰ ਵੀ ਉਹ ਖੁਸ਼ ਹੋ ਗਿਆ ਕਿ ਉਸਦੀ ਪਤਨੀ ਇੰਨੀ ਖੁਸ਼ ਹੈ। ਜੋਤੀ ਨੇ ਅੱਜ ਉਸਦੀ ਗੱਲ ਰੱਖ ਵਿਖਾਈ ਸੀ। ਫਿਰ ਉਸ ਅੱਖਾਂ ਮੀਟ ਲਈਆਂ ਤਾਂ ਜੋ ਉਹ ਸਾਰੀ ਖੁਸ਼ੀ ਨੂੰ ਆਪਣੇ ਅੰਦਰ ਸਿੰਜਰ ਲਏ। ਮਤਲਬ ਜੋ ਜੁਗਲ ਪ੍ਰਸਾਦ ਸੀ ਆਪਣੀ ਖੁਸ਼ੀ ਨੂੰ ਅੱਖਾਂ ਬੰਦ ਕਰਕੇ ਇਸ ਤਰ੍ਹਾਂ ਜ਼ਾਹਿਰ ਕਰ ਰਿਹਾ ਸੀ ਕਿ ਜੋ ਉਸਦੀ ਖੁਸ਼ੀ ਹੈ ਹੁਣ ਉਸ ਤੋਂ ਕਿਤੇ ਦੂਰ ਨਾ ਚਲੀ ਜਾਵੇ, ਇਸ ਲਈ ਉਹ ਆਪਣੇ ਅੰਦਰ ਇਹ ਸਾਰੀ ਖੁਸ਼ੀ ਨੂੰ ਸਮੋ ਲਵੇ। ਅੱਗੇ ਦੇਖੋ ਪੈਰਾ 6। ਪਰ ਝੱਟ ਹੀ ਅੱਖਾਂ ਖੋਲ੍ਹ ਕੇ ਉਸਨੇ ਦੇਵਕੀ ਨੂੰ ਆਖਿਆ, ਹਾਂ ਸੱਚ, ਮੈਂ ਇਹ ਤਾਂ ਤੈਨੂੰ ਦੱਸਣਾ ਭੁੱਲ ਹੀ ਗਿਆ ਕਿ ਜੋਤੀ ਲਈ ਕੁਝ ਖਾਸ ਤਰ੍ਹਾਂ ਦੇ ਕੱਪੜੇ ਤਿਆਰ ਕਰਨੇ ਹਨ ਉੱਥੇ ਪਾ ਕੇ ਜਾਣ ਦੇ ਲਈ। ਮਤਲਬ ਉਸ ਚਿੱਠੀ ਦੇ ਵਿੱਚ ਕੁਝ ਹੋਰ ਵੀ ਲਿਖਿਆ ਹੋਇਆ ਸੀ। ਫਿਰ ਐਨਕ ਠੀਕ ਕਰਕੇ ਚਿੱਠੀ ਨੂੰ ਪੜ੍ਹਦਿਆਂ ਪੜ੍ਹਦਿਆਂ ਹੀ ਆਖਦਾ ਗਿਆ ਕਿ ਚਿੱਟੀ ਕਮੀਜ਼, ਚਿੱਟੀ ਨਿੱਕਰ, ਚਿੱਟੀਆਂ ਜੁਰਾਬਾਂ ਅਤੇ ਇੱਕ ਸੁਨਹਿਰੀ ਹਾਰ। ਮਤਲਬ ਇਹ ਸਾਰਾ ਕੁਝ ਉਸਨੂੰ ਚਾਹੀਦਾ ਸੀ। ਇਹਨਾਂ ਚੀਜ਼ਾਂ ਦੇ ਨਾਂ ਸੁਣਦਿਆਂ ਹੀ ਦੇਵਕੀ ਦੀ ਖੁਸ਼ੀ ਕਾਫੂਰ ਹੋ ਗਈ। ਮਤਲਬ ਉਹ ਇਹ ਸੋਚਣ ਲੱਗੀ ਕਿ ਇੰਨੀਆਂ ਸਾਰੀਆਂ ਚੀਜ਼ਾਂ, ਅਸੀਂ ਇੰਨੀਆਂ ਸਾਰੀਆਂ ਚੀਜ਼ਾਂ ਕਿੱਥੋਂ ਲੈ ਕੇ ਆਵਾਂਗੇ। ਉਹ ਇਹ ਸੁਣ ਕੇ ਥੋੜ੍ਹੀ ਜਿਹੀ ਹੈਰਾਨ ਹੋ ਗਈ ਅਤੇ ਚੁੱਪ ਹੋ ਗਈ। ਉਸ ਤੋਂ ਬਾਅਦ ਉਸਦੇ ਮੂੰਹ ਉੱਤੇ
ਆ ਰਿਹਾ ਖਿੜਾਅ ਉੱਥੇ ਹੀ ਰੁਕ ਗਿਆ ਅਤੇ ਫਿਰ ਹੌਲੀ ਹੌਲੀ ਖਿੜਾਅ ਦੀ ਥਾਂ ਚਿੰਤਾ, ਦੁੱਖ ਅਤੇ ਕਲੇਸ਼ ਨੇ ਮੰਨ ਲਈ। ਮਤਲਬ ਹੁਣ ਉਸਨੂੰ ਫਿਕਰ ਹੋਣ ਲੱਗੀ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਪੈਸੇ ਕਿੱਥੋਂ ਆਉਣਗੇ। ਉਸ ਇੰਝ ਅਨੁਭਵ ਕੀਤਾ ਜਿਵੇਂ ਕਿ ਉਹ ਖੇੜੇ ਦੇ ਮਹਿਲ ਨੂੰ ਦੂਰੋਂ ਵੇਖ ਕੇ ਖੁਸ਼ ਹੋ ਗਈ ਸੀ ਅਤੇ ਜਿਉਂ ਹੀ ਉਸਨੇ ਖੁਸ਼ੀ-ਖੁਸ਼ੀ ਉਸਦੇ ਅੰਦਰ ਪੈਰ ਧਰਨ ਲਈ ਚੁੱਕਿਆ, ਕਿਸੇ ਨੇ ਅਚਾਨਕ ਹੀ ਖੇੜੇ ਦੇ ਮਹਿਲ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ। ਮਤਲਬ ਹੁਣ ਉਸਨੂੰ ਇੱਕਦਮ ਆਪਣੀਆਂ ਖੁਸ਼ੀਆਂ ਬਿਲਕੁਲ ਢਹਿੰਦੀਆਂ ਨਜ਼ਰ ਆ ਰਹੀਆਂ ਸੀ। ਉਸਨੂੰ ਇਹ ਹੋ ਰਿਹਾ ਸੀ ਕਿ ਉਸ ਦੀਆਂ ਖੁਸ਼ੀਆਂ ਨੂੰ ਜਿਵੇਂ ਨਜ਼ਰ ਲੱਗ ਗਈ ਅਤੇ ਉਸ ਦੀ ਸਾਰੀਆਂ ਖੁਸ਼ੀਆਂ ਛੂ-ਮੰਤਰ ਹੋ ਗਈਆਂ। ਹੁਣ ਅੱਗੇ ਉਹ ਕੀ ਕਹਿੰਦੀ ਹੈ ਕਿ ਕੀ ਗੱਲ, ਉਸਦਾ ਪਤੀ ਉਸਨੂੰ ਪੁੱਛਦਾ ਹੈ, ਕੀ ਗੱਲ ਹੈ, ਉਦਾਸ ਹੋ ਗਈ ਹੈ? ਜੁਗਲ ਪ੍ਰਸਾਦ ਨੂੰ ਇਸ ਖੁਸ਼ੀ ਦੀ ਘੜੀ ਸਮੇਂ ਉਸਦਾ ਬਿਲ ਬਤੌਰੀ ਵਰਗਾ ਮੂੰਹ ਜ਼ਰਾ ਨਾ ਪਾਇਆ। ਮਤਲਬ ਉਸਨੂੰ ਇਹ ਸੀ ਕਿ ਇੰਨੀ ਖੁਸ਼ੀ ਦੇ ਮੌਕੇ 'ਤੇ ਮੇਰੀ ਪਤਨੀ ਇੱਕਦਮ ਉਦਾਸ ਹੋ ਗਈ ਹੈ, ਉਸਨੂੰ ਕੀ ਚਿੰਤਾ ਚਿੰਬੜ ਗਈ। ਇਹ ਸਾਰਾ ਕੁਝ ਸੋਚ ਕੇ ਉਹ ਉਸਨੂੰ ਹੱਸਣ ਲੱਗਿਆ। ਅੱਗੇ ਉਹ ਕਹਿੰਦੀ ਹੈ ਕਿ ਮੈਂ ਸੋਚਦੀ ਹਾਂ ਇਹਨਾਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਲਾਵਾਂਗੇ, ਪੈਸੇ ਕਿੱਥੋਂ ਲਵਾਂਗੇ। ਅੱਜ ਤੇ ਮਹੀਨੇ ਦੀ 26 ਤਰੀਕ ਹੈ, ਘਰ ਮਸਾਂ 10-12 ਆਨੇ ਪਏ ਨੇ ਦਾਲ ਸਬਜ਼ੀ ਲਈ, ਹਾਲਾਂ ਤਾਂ ਪਿਛਲੇ ਮੰਗੇ 40 ਵੀ ਨਹੀਂ ਉਤਰੇ। ਮਤਲਬ ਉਸਨੂੰ ਇਹ ਫਿਕਰ ਸੀ ਕਿ ਅਸੀਂ ਇਹਨਾਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਲੈ ਕੇ ਆਵਾਂਗੇ, ਕਿਉਂਕਿ ਘਰ ਤਾਂ ਹੁਣ ਇੰਨੇ ਪੈਸੇ ਹੈ ਨਹੀਂ ਗੇ। ਜਿਹੜੇ ਪਿਛਲੇ ਅਸੀਂ ਇਸ ਦੀ ਜੋਤੀ ਦੀ ਫੀਸ ਭਰਨ ਦੇ ਲਈ, ਦਾਖਲਾ ਕਰਾਉਣ ਦੇ ਲਈ 40 ਰੁਪਏ ਮੰਗੇ ਸੀ ਲੋਕਾਂ ਤੋਂ ਇੱਧਰੋਂ ਉੱਧਰੋਂ, ਹਾਲੇ ਤਾਂ ਉਹ ਵੀ ਨਹੀਂ ਉਤਰੇ। ਇਸ ਕਰਕੇ ਉਹ ਥੋੜ੍ਹੀ ਜਿਹੀ ਚਿੰਤਿਤ ਸੀ। ਅੱਗੇ ਦੇਖੋ, ਇਸ ਕਰੜੀ ਅਸਲੀਅਤ ਨੇ ਤਾਂ ਜਿਵੇਂ ਜੁਗਲ ਪ੍ਰਸਾਦ ਨੂੰ ਵੀ ਹੇਠਾਂ ਪਟਾਕ ਮਾਰਿਆ। ਮਤਲਬ ਇਹ ਸੁਣ ਕੇ ਜੁਗਲ ਪ੍ਰਸਾਦ ਵੀ ਇੱਕਦਮ ਹਿੱਲ ਗਿਆ ਕਿ ਗੱਲ ਤਾਂ ਸਹੀ ਹੈ। ਉਹ ਤਾਂ ਹਾਲੇ ਤੀਕ ਖੇੜੇ ਦੇ ਗਗਨ ਉੱਤੇ ਹੀ ਪਿੱਤਰੀ ਪਿਆਰ ਦੇ ਖੰਭ ਉਡਾਰੀਆਂ ਲਾਈ ਜਾ ਰਿਹਾ ਸੀ। ਉਸਦਾ ਇਸ ਜ਼ਰੂਰੀ ਪਾਸੇ ਪਹਿਲਾਂ ਧਿਆਨ ਹੀ ਨਹੀਂ ਸੀ ਗਿਆ, ਜਿਵੇਂ ਸਵਾਦਿਸ਼ਟ ਭੋਜਨ ਲਈ ਜਲਦੀ ਖਾਂਦਿਆਂ ਦੰਦਾਂ ਹੇਠ ਆ ਕੇ ਕੱਟੀ ਗਈ ਜੀਭ ਸਾਰੇ ਦਾ ਸਾਰਾ ਸਵਾਦ ਮਾਰ ਦਿੰਦੀ ਹੈ। ਮਤਲਬ ਉਸਨੂੰ ਇਹ ਸੀ ਕਿ ਜਿਵੇਂ ਉਹ ਇੰਨਾ ਕੁਝ ਸੋਚ ਰਿਹਾ ਸੀ ਕਿ ਉਸਦਾ ਬੱਚਾ ਮੰਤਰੀ ਨੂੰ ਮਿਲੇਗਾ, ਉਸਦਾ ਜੋ ਨਾਮ ਰੌਸ਼ਨ ਹੋਏਗਾ, ਪਰ ਜੋ ਉਸ ਕੰਮ ਦੇ ਲਈ, ਇਹਨਾਂ ਚੀਜ਼ਾਂ ਦੇ ਲਈ ਪੈਸਾ ਲੱਗਣਾ ਸੀ, ਉਹ ਕਿੱਥੋਂ ਆਏਗਾ। ਇਹ ਸੋਚ ਕੇ ਹੁਣ ਉਸ ਨੂੰ ਵੀ ਪਰੇਸ਼ਾਨੀ ਹੋਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਬੇਸਵਾਦੀ ਜੁਗਲ ਪ੍ਰਸਾਦ ਨੇ ਦੇਵਕੀ ਦੀ ਅਸਲੀਅਤ ਵਰਗੀ ਕੌੜੀ ਗੱਲ ਸੁਣ ਕੇ ਅਨੁਭਵ ਕੀਤਾ। ਮਤਲਬ ਉਸਨੇ ਇਹ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਜਿਵੇਂ ਸਾਨੂੰ ਕੋਈ ਸਵਾਦਿਸ਼ਟ ਭੋਜਨ ਮਿਲ ਜਾਂਦਾ ਨਾ, ਬਿਲਕੁਲ ਟੇਸਟੀ ਖਾਣਾ ਹੁੰਦਾ ਅਤੇ ਅਸੀਂ ਉਹ ਖਾਣ ਦੇ ਲਈ ਬੈਠਦੇ ਹਾਂ, ਅਸੀਂ ਬੜੇ ਸਵਾਦ ਨਾਲ ਖਾਂਦੇ ਹਾਂ, ਪਰ ਅਚਾਨਕ ਹੀ ਜਿਵੇਂ ਸਾਡੀ ਜੀਭ ਦੰਦਾਂ ਥੱਲੇ ਆ ਜਾਂਦੀ ਹੈ ਤਾਂ ਉਹ ਸਾਰਾ ਜੋ ਟੇਸਟ ਹੁੰਦਾ ਹੈ ਸਾਡਾ ਖਤਮ ਹੋ ਜਾਂਦਾ ਹੈ, ਕਿਉਂਕਿ ਸਾਨੂੰ ਦੁੱਖ ਹੋਣ ਲੱਗ ਜਾਂਦਾ ਹੈ। ਤਾਂ ਇਸ ਤਰ੍ਹਾਂ ਉਹ ਇਸ ਕੌੜੀ ਜਿਹੀ ਸੱਚਾਈ ਨੂੰ ਅਨੁਭਵ ਕਰ ਰਿਹਾ, ਮਹਿਸੂਸ ਕਰ ਰਿਹਾ। ਉਸਨੂੰ ਆਪਣੀ ਤੰਗ ਮਾਇਕ ਹਾਲਤ ਉੱਤੇ ਬੜੀ ਖਿਝ ਆਈ, ਜਿਹੜੀ ਕਦਮ ਉੱਤੇ ਉਸਦਾ ਰਾਹ ਆਣ ਰੋਕਦੀ ਸੀ। ਫਿਰ ਉਸਦੀ ਇਹ ਖਿਝ ਕ੍ਰੋਧ ਬਣ ਕੇ ਦੇਵਕੀ ਉੱਤੇ ਵਸ ਪਈ। ਮਤਲਬ ਹੁਣ ਉਸਨੂੰ ਇਹ ਸੀ ਕਿ ਜਿਵੇਂ ਉਹ ਸੋਚਦਾ ਸੀ ਕਿ ਮੇਰੀ ਗਰੀਬੀ, ਮੇਰੇ ਕੋਲ ਪੈਸਾ ਨਹੀਂ ਹੈ, ਇਹ ਸਾਰਾ ਮੇਰੇ ਬੱਚੇ ਦੇ ਫਿਊਚਰ ਦੇ ਲਈ, ਮੇਰੇ ਬੱਚੇ ਦੇ ਭਵਿੱਖ, ਸੁਨਹਿਰੀ ਭਵਿੱਖ ਦੇ ਵਿੱਚ ਰੁਕਾਵਟ ਬਣਦਾ ਹੈ। ਤਾਂ ਅੱਗੇ ਉਹ ਕੀ ਕਹਿੰਦਾ ਹੈ ਕਿ ਇਹ ਜਿਹੜਾ ਸਾਰਾ ਉਸਦਾ ਕ੍ਰੋਧ ਹੁੰਦਾ ਹੈ ਨਾ, ਉਸਦਾ ਗੁੱਸਾ ਹੁੰਦਾ ਹੈ, ਉਹ ਆਪਣੀ ਪਤਨੀ ਦੇ ਉੱਤੇ ਹੀ ਨਿਕਲ ਜਾਂਦਾ ਹੈ। ਬਸ ਤੂੰ ਤਾਂ ਹਰ ਵੇਲੇ ਇਹੋ ਹੀ ਰੋਣੇ ਰੋਂਦੀ ਰਿਹਾ ਕਰੀ, ਲੋਕੀ ਇਹੋ ਜਿਹੇ ਮੌਕਿਆਂ ਲਈ ਤਰਸਦੇ ਨੇ ਤੇ ਤੂੰ ਹੈ ਕਿ। ਮਤਲਬ ਉਹ ਇਹ ਸਾਰਾ ਕੁਝ ਆਪਣੀ ਪਤਨੀ ਨੂੰ ਕਹਿੰਦਾ ਹੈ ਅਤੇ ਆਪਣੇ ਗੁੱਸੇ ਦੀ ਭੜਾਸ ਉਸ ਪਤਨੀ ਦੇ ਉੱਤੇ ਕੱਢ ਦਿੰਦਾ ਹੈ। ਓਹੋ, ਤੁਸੀਂ ਤਾਂ ਐਵੇਂ ਹੀ ਪਏ ਗਰਮ ਹੁੰਦੇ ਹੋ। ਕੀ ਮੈਂ ਨਹੀਂ ਚਾਹੁੰਦੀ ਮੇਰੇ ਲਾਲ ਦੀ ਸ਼ਾਨ ਵਧੇ, ਪਰ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਕਰਨ ਨਾਲ ਹੀ ਹੋਣਾ ਹੈ, ਐਵੇਂ ਥੁੱਕਾਂ ਨਾਲ ਵੜੇ ਨਹੀਂ ਪੱਕਦੇ। ਮਤਲਬ ਉਸਨੂੰ ਇਹ ਸੀ ਕਿ ਜੋ ਮੈਂ ਕਹਿ ਰਹੀ ਹਾਂ ਉਹ ਵੀ ਠੀਕ ਹੈ, ਜ਼ਰੂਰੀ ਨਹੀਂ ਹੈ ਕਿ ਅਸੀਂ ਗਰੀਬ ਹਾਂ ਅਤੇ ਅਸੀਂ ਕੁਝ ਕਰ ਨਹੀਂ ਸਕਦੇ, ਪਰ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਲਈ ਮੈਂ ਵੀ ਚਾਹੁੰਦੀ ਹਾਂ ਕਿ ਮੇਰਾ ਬੱਚਾ ਅੱਗੇ ਵਧੇ, ਪਰ ਇਹ ਇੰਤਜ਼ਾਮ ਤਾਂ ਸਾਨੂੰ ਕਰਨੇ ਹੀ ਪੈਣੇ ਨੇ। ਇਸ ਤਰ੍ਹਾਂ ਉਹ ਗੱਲ ਕਰਦੀ ਹੈ। ਭਾਵੇਂ ਕੁਝ ਹੋ ਜਾਏ, ਇਹਨਾਂ ਚੀਜ਼ਾਂ ਦਾ ਇੰਤਜ਼ਾਮ ਮੈਂ ਕਰਕੇ ਹੀ ਛੱਡਾਂਗਾ, ਜੁਗਲ ਪ੍ਰਸਾਦ ਨੇ ਦ੍ਰਿੜਤਾ ਨਾਲ ਕਿਹਾ। ਮਤਲਬ ਉਹ ਆਪਣੇ ਬੱਚੇ ਦੇ ਲਈ ਕੁਝ ਵੀ ਕਰਨ ਦੇ ਲਈ ਤਿਆਰ ਹੈ। ਜਦੋਂ ਉੱਪਰ ਆਪਾਂ ਦੇਖਦੇ ਹਾਂ ਕਿ ਐਵੇਂ ਥੁੱਕਾਂ ਨਾਲ ਵੜੇ ਨਹੀਂ ਪੱਕਦੇ, ਇਹਦੇ ਵਿੱਚ ਉਹ ਕਹਿਣਾ ਚਾਹੁੰਦੀ ਹੈ ਕਿ ਬਿਨਾਂ ਪੈਸੇ ਦੇ ਕੋਈ ਕੰਮ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਉਹ ਆਪਣੇ ਹਾਲਾਤਾਂ ਨੂੰ, ਆਪਣੀਆਂ ਮਜਬੂਰੀਆਂ ਨੂੰ ਆਪਣੇ ਬੱਚੇ ਦੇ ਭਵਿੱਖ ਉੱਤੇ ਭਾਰੀ ਨਹੀਂ ਹੋਣ ਦੇਣਾ ਚਾਹੁੰਦੇ। ਅੱਗੋਂ ਦੇਖੋ, ਪੈਰਾ 8 ਦੇ ਵਿੱਚ ਮੈਂ ਵੇਖਦੀ ਹਾਂ ਗੁੱਡੀ ਦੀ ਬੁਗਨੀ ਵਿੱਚ ਕਿੰਨੇ ਪੈਸੇ ਨੇ। ਮਤਲਬ ਉਹ ਆਪਣੀ ਧੀ ਦੀ ਬੁਗਨੀ ਹੁੰਦਾ ਗੋਲਕ, ਉਸ ਦੇ ਵਿੱਚ
ਉਹ ਪੈਸੇ ਦੇਖਣ ਚਾਹੁੰਦੀ ਹੈ। ਉਹ ਰੋਵੇਗੀ ਤਾਂ ਸਹੀ, ਪਰ ਮੈਂ ਉਸ ਨੂੰ ਪਰਚਾ ਦੇਵਾਂਗੀ। ਅਤੇ ਉਹ ਬੁਗਨੀ ਲੈਣ ਚਲੀ ਗਈ। ਦੇਵਕੀ ਦੇ ਜਾਣ ਉੱਤੇ ਜੁਗਲ ਪ੍ਰਸਾਦ ਨੇ ਸੋਚਿਆ, ਮੈਂ ਐਵੇਂ ਹੀ ਦੇਵਕੀ ਵਿਚਾਰੀ ਉੱਤੇ ਗੁੱਸੇ ਹੋਣ ਲੱਗ ਜਾਂਦਾ ਹਾਂ। ਇਹ ਪੈਸੇ ਦੀ ਘਾਟ ਮੈਨੂੰ ਹਮੇਸ਼ਾ ਗੁੱਸਾ ਚੜ੍ਹਾ ਦਿੰਦੀ ਹੈ। ਮਤਲਬ ਹੁਣ ਉਸਨੂੰ ਜੁਗਲ ਪ੍ਰਸਾਦ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਰਿਹਾ ਸੀ ਅੰਦਰੋਂ ਅੰਦਰ। ਇਹ ਵੀ ਕੀ ਜ਼ਿੰਦਗੀ ਹੋਈ, ਪੈਸੇ ਪੈਸੇ ਲਈ ਯਬਕ 'ਤੇ ਫਿਰਨਾ। ਮਤਲਬ ਉਸਨੂੰ ਇਹ ਸੀ ਕਿ ਮੈਂ ਕਿਹੋ ਜਿਹੀ ਜ਼ਿੰਦਗੀ ਜੀ ਰਿਹਾ ਕਿ ਇੱਕ ਇੱਕ ਪੈਸੇ ਦੇ ਲਈ ਮੈਂ ਆਪਣੇ ਬੱਚਿਆਂ ਦੇ ਫਿਊਚਰ ਦੇ ਲਈ ਤਰਸਦਾ ਰਹਿੰਦਾ ਹਾਂ। ਇਸ ਤਰ੍ਹਾਂ ਅੱਗੇ ਉਹ ਕਹਿੰਦਾ ਹੈ, ਇਸ ਪੈਸੇ ਦੀ ਘਾਟ ਅੱਗੇ ਉਹ ਕੁਝ ਹੋਰ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਕੀ ਸਾਡੇ ਗਰੀਬਾਂ ਦਾ ਇਤਨਾ ਵੀ ਹੱਕ ਨਹੀਂ ਕਿ ਅਸੀਂ ਆਪਣੇ ਹੋਣਹਾਰ ਲੜਕੇ ਦੀ ਇੱਕ ਨਿੱਕੀ ਖੁਸ਼ੀ ਨੂੰ ਖਰੀਦ ਸਕੀਏ, ਅਤੇ ਇਹ ਅਮੀਰ ਹਜ਼ਾਰਾਂ ਰੁਪਏ ਐਵੇਂ ਹੀ ਅਯਾਸ਼ੀ ਵਿੱਚ ਰੋੜਦੇ ਫਿਰਦੇ ਹਨ। ਮਤਲਬ ਉਸਨੂੰ ਅਮੀਰ ਲੋਕਾਂ ਦੇ ਉੱਤੇ ਵੀ ਗੁੱਸਾ ਆ ਰਿਹਾ ਅਤੇ ਆਪਣੀ ਗਰੀਬੀ ਦੇ ਉੱਤੇ ਵੀ ਗੁੱਸਾ ਆ ਰਿਹਾ ਹੈ। ਅਸੀਂ ਗਰੀਬ ਉਤਨਾ ਚਿਰ ਨਹੀਂ ਉੱਠ ਸਕਾਂਗੇ ਜਿਤਨਾ ਚਿਰ ਅਸੀਂ ਆਪ ਯਤਨ ਨਹੀਂ ਕਰਦੇ। ਮਤਲਬ ਉਸਨੂੰ ਇਹ ਹੈ ਕਿ ਅਸੀਂ ਗਰੀਬ ਲੋਕ ਤਾਂ ਫਿਰ ਕਦੀ ਸੋਚ ਹੀ ਨਹੀਂ ਸਕਦੇ ਕਿ ਅਸੀਂ ਕੁਛ ਆਪਣੇ ਬੱਚਿਆਂ ਨੂੰ ਚੰਗਾ ਭਵਿੱਖ ਦੇ ਸਕਦੇ ਹਾਂ। ਇਸ ਲਈ ਸਾਨੂੰ ਆਪ ਹੀ ਉੱਦਮ ਕਰਨਾ ਪੈਣਾ ਹੈ। ਅਮੀਰ ਨੇ ਤਾਂ ਨਾ ਸਾਨੂੰ ਉਠਾਲਣਾ ਹੈ ਅਤੇ ਨਾ ਹੀ ਕਦੀ ਉੱਠਣ ਦੇਣਾ ਹੈ। ਮਤਲਬ ਅਮੀਰ ਲੋਕਾਂ ਨੇ ਸਾਨੂੰ ਹਮੇਸ਼ਾ ਦਬਾਈ ਰੱਖਣਾ ਹੈ, ਉਹ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਸ ਦਾ ਧਿਆਨ ਦੇਵਕੀ ਵੱਲ ਗਿਆ, ਜਿਹੜੀ ਵਿਚਾਰੀ ਜਦੋਂ ਦੀ ਵਿਆਹੀ ਗਈ ਸੀ ਤੰਗੀ ਤੁਰਸ਼ੀ ਦੇ ਪੂੜਾਂ ਵਿੱਚ ਹੀ ਪਿਸ ਰਹੀ ਸੀ। ਮਤਲਬ ਉਸਨੂੰ ਇਹ ਸੀ ਕਿ ਜਦੋਂ ਦੀ ਮੇਰੀ ਪਤਨੀ ਵਿਆਹ ਕੇ ਆਈ ਹੈ ਮੇਰੇ ਨਾਲ, ਉਹ ਹਮੇਸ਼ਾ ਤੰਗੀਆਂ ਤੁਰਸ਼ੀਆਂ ਦੇ ਵਿੱਚ ਹੀ ਆਪਣਾ ਜੀਵਨ ਕੱਢਦੀ ਆਈ ਹੈ। ਪੂੜਾ ਹੁੰਦਾ ਜੋ ਚੱਕੀ ਦੇ ਦੋ ਪੱਥਰ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਅਨਾਜ ਪੀਸਿਆ ਜਾਂਦਾ ਹੈ। ਇਸ ਤਰ੍ਹਾਂ ਜੋ ਪਹਿਲਾਂ ਲੋਕ ਹੁੰਦੇ ਸੀ ਉਹ ਚੱਕੀ ਦੇ ਵਿੱਚ ਅਨਾਜ, ਪੱਥਰ ਦੀ ਚੱਕੀ ਦੇ ਵਿੱਚ ਅਨਾਜ ਪੀਸਦੇ ਸੀ ਤਾਂ ਉਸਨੂੰ ਚੱਕੀ ਦੇ ਦੋ ਪੁੜ ਕਿਹਾ ਜਾਂਦਾ ਸੀ। ਹੁਣ ਉਸਦੇ ਮਨ ਵਿੱਚ ਦੇਵਕੀ ਲਈ ਵਧੇਰੇ ਤਰਸ ਸੀ। ਵਿਚਾਰੀ ਕੀ ਕਰੇ, ਬੜੀ ਮੁਸ਼ਕਿਲ ਨਾਲ 150 ਵਿੱਚ 5 ਬੱਚਿਆਂ ਨੂੰ ਪਾਲਦੀ ਹੈ। ਮਤਲਬ ਉਸਦੀ ਜੋ ਤਨਖਾਹ ਹੈ ਜੁਗਲ ਪ੍ਰਸਾਦ ਦੀ ਉਹ 150 ਰੁਪਈਏ ਹੈ, ਅਤੇ ਉਹ ਸੋਚਦਾ ਹੈ ਕਿ ਇਹਨਾਂ ਦੇ ਵਿੱਚ ਉਹ 5 ਬੱਚਿਆਂ ਨੂੰ ਵੀ ਪਾਲ ਰਹੀ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਵੀ ਕਰ ਰਹੀ ਹੈ। ਉਹ ਕਿੰਨੀ ਸਮਝਦਾਰੀ ਦੇ ਨਾਲ ਚੱਲਦੀ ਹੈ, ਪਰ ਫਿਰ ਵੀ ਮੈਂ ਉਸ ਦੇ ਉੱਤੇ ਗੁੱਸੇ ਹੋ ਜਾਂਦਾ ਹਾਂ। ਮੈਂ ਕਿਹਾ ਜੀ ਗੁੱਡੀ ਦੀ ਬੁਗਨੀ ਵਿੱਚੋਂ 7.5 ਆਨੇ ਨਿਕਲੇ ਅਤੇ ਜੋਤੀ ਦੀ ਬੁਗਨੀ ਵਿੱਚੋਂ 12 ਆਨੇ। ਮਤਲਬ ਉਸਨੇ ਆਪਣੇ ਦੋਨਾਂ ਬੱਚਿਆਂ ਦੀਆਂ ਗੋਲਕਾਂ ਖੋਲ੍ਹ ਕੇ ਦੇਖੀਆਂ, ਜਿਨ੍ਹਾਂ ਦੇ ਵਿੱਚੋਂ ਕੁਝ 7 ਆਨੇ ਅਤੇ 12 ਆਨੇ ਨਿਕਲੇ ਹਨ। ਅੱਗੇ ਦੇਖੋ, ਹੋ ਜਾਏ ਮੇਰੇ ਬੱਚੇ ਨੂੰ ਐਤਵਾਰ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਹੀ ਚਾਹੀਦੀਆਂ ਹਨ। ਅੱਜ ਵੀਰਵਾਰ ਹੈ ਸੌਰੀ, ਆਪਾਂ ਪੈਰਾਗ੍ਰਾਫ 9 ਭੁੱਲ ਗਏ ਸੀ। ਪੈਰਾ 9 ਦੇ ਵਿੱਚ ਦੇਖੋ ਕਿ ਜੁਗਲ ਪ੍ਰਸਾਦ ਨੇ ਵੇਖਿਆ ਕਿ ਇਹ ਵਿਚਾਰੀ ਯਤਨ ਕਰ ਰਹੀ ਸੀ ਕਿ ਕਿਸੇ ਤਰ੍ਹਾਂ ਮੇਰਾ ਲਾਲ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਤਿਆਰ ਹੋ ਕੇ ਐਤਵਾਰ ਨੂੰ ਸਕੂਲ ਜਾ ਸਕੇ। ਮਤਲਬ ਜਦੋਂ ਉਸਨੇ ਪੈਸੇ ਇਕੱਠੇ ਕਰੇ ਆਪਣੇ ਬੱਚਿਆਂ ਦੇ ਗੋਲਕਾਂ ਦੇ ਵਿੱਚੋਂ, ਤਾਂ ਉਹ ਸੋਚ ਰਿਹਾ ਸੀ ਕਿ ਇਹ ਵਿਚਾਰੀ ਕਿੰਨੇ ਯਤਨ ਕਰ ਰਹੀ ਹੈ। ਉਸ ਸੋਚਿਆ ਸਕੂਲ ਵਾਲਿਆਂ ਤਾਂ ਆਪਣੇ ਵੱਲੋਂ ਸਾਡੇ ਬੱਚੇ ਨੂੰ ਮਾਣ ਦਿੱਤਾ ਹੈ, ਪਰ ਉਹ ਕੀ ਜਾਣਨ ਕਿ ਇਹ ਮਾਣ ਸਾਡੇ ਲਈ ਜ਼ਹਿਮਤ ਬਣ ਜਾਏਗਾ। ਮਤਲਬ ਉਸਨੂੰ ਇਹ ਸੀ ਕਿ ਸਕੂਲ ਵਾਲਿਆਂ ਨੇ ਤਾਂ ਬੜੇ ਮਾਣ ਦੇ ਨਾਲ ਸਾਡੇ ਬੱਚੇ ਨੂੰ ਚੁਣਿਆ ਕਿ ਇਹ ਮੰਤਰੀ ਦੇ ਹਾਰ ਪਾਏਗਾ, ਪਰ ਉਹਨਾਂ ਨੂੰ ਇਹ ਨਹੀਂ ਨਾ ਪਤਾ ਕਿ ਅਸੀਂ ਗਰੀਬ ਹਾਂ ਅਤੇ ਸਾਡੇ ਲਈ ਇਹ ਜ਼ਹਿਮਤ ਮਤਲਬ ਦੁੱਖ ਪੀੜ ਬਣ ਜਾਏਗਾ। ਅੱਛਾ, ਪਰਵਾਹ ਨਹੀਂ, ਭਾਵੇਂ ਕੁਝ ਵੀ ਹੋ ਜਾਏ। ਮਤਲਬ ਹੁਣ ਉਹਨੂੰ ਇਹ ਸੀ ਕਿ ਕੋਈ ਗੱਲ ਨਹੀਂ, ਕੁਝ ਵੀ ਹੋ ਜਾਏ, ਮੈਂ ਕੋਈ ਪਰਵਾਹ ਨਹੀਂ ਕਰਨੀ। ਮੇਰੇ ਬੱਚੇ ਨੂੰ ਐਤਵਾਰ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਹੀ ਚਾਹੀਦੀਆਂ ਹਨ। ਮਤਲਬ ਉਹ ਹਰ ਹਾਲ ਦੇ ਵਿੱਚ ਆਪਣੇ ਬੱਚੇ ਨੂੰ ਚਿੱਟੀ ਕਮੀਜ਼, ਚਿੱਟੀ ਨਿੱਕਰ ਅਤੇ ਇੱਕ ਸੁਨਹਿਰੀ ਹਾਰ ਲੈ ਕੇ ਦੇਣ ਲਈ ਤਿਆਰ ਸੀ। ਅੱਜ ਵੀਰਵਾਰ ਹੈ, ਵਿੱਚੋਂ ਦਿਨ 'ਤੇ ਹੋਏ ਸ਼ੁੱਕਰ ਅਤੇ ਸ਼ਨੀ, ਕੋਈ ਗੱਲ ਨਹੀਂ। ਇਹ ਸੋਚ ਕੇ ਉਹ ਪੱਕੇ ਇਰਾਦੇ ਨਾਲ ਘਰੋਂ ਬਾਹਰ ਨਿਕਲ ਗਿਆ ਅਤੇ ਕਿਸੇ ਤੋਂ ਕੁਝ ਪੈਸੇ ਫੜਨ ਲਈ ਬਿਨਾਂ ਇਸ ਗੱਲ ਨੂੰ ਅਨੁਭਵ ਕੀਤਿਆਂ ਕਿ ਮੈਂ ਹੁਣੇ ਹੀ ਦਫ਼ਤਰੋਂ ਥੱਕਾ ਟੁੱਟਾ ਆਇਆ ਹਾਂ। ਮਤਲਬ ਉਹ ਆਪਣੇ ਬੱਚੇ ਦੀ ਖੁਸ਼ੀ ਨੂੰ ਪੂਰਾ ਕਰਨ ਦੇ ਲਈ ਕਿਸੇ ਆਂਢੀ ਗੁਆਂਢੀ ਤੋਂ ਜਾਂ ਕਿਸੇ ਜਾਣਕਾਰ ਤੋਂ ਪੈਸੇ ਫੜਨ ਦੇ ਲਈ ਘਰੋਂ ਚਲਾ ਜਾਂਦਾ ਹੈ। ਉਹ ਆਪਣੀ ਥਕਾਵਟ ਵੀ ਮਹਿਸੂਸ ਨਹੀਂ ਕਰਦਾ। ਘੰਟੇ ਪਿੱਛੋਂ ਜਦੋਂ ਉਹ ਮੁੜਿਆ ਤਾਂ ਉਹਦੀ ਜੇਬ ਵਿੱਚ ਰੁਪਏ ਦੇ 3 ਨੋਟ ਸਨ, ਅਤੇ ਉਸ ਨੂੰ ਇਹਨਾਂ 3 ਰੁਪਇਆਂ ਦਾ ਉਧਾਰ ਲੈਣ ਲਈ ਕਿੰਨਿਆਂ ਅੱਗੇ ਲਿੱਲੜੀਆਂ ਲੈਣੀਆਂ ਪਈਆਂ ਸਨ। ਮਤਲਬ ਉਸਨੂੰ ਆਪਣੇ ਬੱਚੇ ਦੇ ਇਸ ਕੰਮ ਨੂੰ ਪੂਰਾ ਕਰਨ ਦੇ ਲਈ ਲੋਕਾਂ ਤੋਂ ਪੈਸੇ ਮੰਗਣੇ ਪਏ, ਅਤੇ 3 ਰੁਪਏ ਉਧਾਰ ਲੈਣ ਦੇ ਲਈ ਉਹਨੇ ਲੋਕਾਂ ਦੇ ਅੱਗੇ ਕਿੰਨੀਆਂ ਹੀ ਮਿੰਨਤਾਂ ਕੀਤੀਆਂ। ਲਿੱਲੜੀਆਂ ਮਤਲਬ ਮਿੰਨਤਾਂ ਕੀਤੀਆਂ, ਅਤੇ ਤਦ ਜਾ ਕੇ ਉਹ ਇੱਕ ਮਿੱਤਰ ਕੋਲੋਂ 3 ਰੁਪਏ ਫੜ ਸਕਿਆ ਸੀ। ਘਰ ਵਿੱਚ ਆ ਕੇ ਬਜਟ ਵਿੱਚ
ਆ ਪਈ ਨਵੀਂ ਤੇੜ ਉੱਤੇ ਵਿਚਾਰ ਕੀਤੀ। ਮਤਲਬ ਹੁਣ ਉਸਦਾ ਸਾਰਾ ਜੋ ਬਜਟ ਸੀ, ਤਨਖਾਹ ਜੋ 150 ਰੁਪਏ ਆਉਂਦੀ ਸੀ, ਉਸਨੇ ਸਾਰਾ ਪਹਿਲਾਂ ਸੋਚਿਆ ਹੋਇਆ ਹੁੰਦਾ ਸੀ ਕਿ ਉਸਨੇ ਕੀ ਕੀ ਕਰਨਾ ਹੈ। ਪਰ ਇਹ ਜੋ ਨਵਾਂ ਖਰਚਾ ਆਇਆ ਸੀ, ਉਸਨੇ ਇਸ ਦਾ ਸਾਰਾ ਬਜਟ ਹਿਲਾ ਦਿੱਤਾ ਸੀ। ਇੱਕ ਫਟੀ ਸਫੈਦ ਚਾਦਰ ਵਿੱਚੋਂ ਗੁਆਂਢਣ ਦੀ ਮਸ਼ੀਨ ਉੱਤੇ ਮੈਂ ਇਸ ਦੀ ਕਮੀਜ਼ ਤਾਂ ਤਿਆਰ ਕਰ ਲਵਾਂਗੀ, ਹਾਂ ਚਿੱਟੀ ਨਿੱਕਰ ਦਾ ਕੱਪੜਾ ਵੀ ਬਾਜ਼ਾਰੋਂ ਲੈਣਾ ਹੀ ਪੈਣਾ ਹੈ ਅਤੇ ਸਵਾਉਣੀ ਦਰਜੀ ਤੋਂ ਪਏਗੀ। ਮਤਲਬ ਉਸਨੂੰ ਇਹ ਸੀ ਕਿ ਸ਼ਰਟ ਤਾਂ ਮੈਂ ਤਿਆਰ ਕਰ ਲੂੰ, ਪਰ ਨਿੱਕਰ ਮੈਨੂੰ ਸਵਾਉਣੀ ਹੋ ਪਊ। ਮੈਨੂੰ ਨਿੱਕਰ ਸਿਉਣ ਦੀ ਜਾਂਚ ਨਹੀਂ, ਕਿਉਂਕਿ ਦੇਵਕੀ ਨੂੰ ਇਹ ਚੀਜ਼ ਕੰਮ ਨਹੀਂ ਆਉਂਦੀ ਸੀ। ਦੇਵਕੀ ਨੇ ਪਤੀ ਨੂੰ ਇਹਨਾਂ ਪੈਸਿਆਂ ਨਾਲ ਹੀ ਕੰਮ ਸਾਰਨ ਦੀ ਤਰਕੀਬ ਦੱਸਦਿਆਂ ਕਿਹਾ। ਮਤਲਬ ਉਸਨੇ ਆਪਣੇ ਕੋਲ ਜੋ ਉਸਦਾ ਕੰਮ ਹੋ ਸਕਦਾ ਸੀ ਉਹ ਕਰਨ ਦੇ ਲਈ ਆਪਣੀ ਸਕੀਮ ਦੱਸੀ, ਤਾਂ ਜੋ ਉਹ ਬਹੁਤੇ ਪੈਸੇ ਵੇਸਟ ਨਾ ਕਰਨ। ਆਪਾਂ ਬਾਕੀ ਦੀ ਰਹਿੰਦੀ ਕਹਾਣੀ ਇਸ ਦੇ ਤੀਸਰੇ ਭਾਗ ਵਿੱਚ ਪੜ੍ਹਾਂਗੇ। ਧੰਨਵਾਦ।